गवर्नमेंट का हॉस्पिटल होएगा और गवर्नमेंट की इक्विपमेंट होएगी। डॉक्टर साढ़े को प्राइवेट वाले कॉन्ट्रीब्यूट करनगे, गवर्नमेंट उन्होंने पे करेगी, लोगों को पे नहीं करना पड़ेगा। आई वांट टू क्लैरिफाई। पर रंगला पंजाब साढ़े मुख्यमंत्री बनाना चाहते हैं, वो वास्ते एक अच्छी शुरुआत होएगी। साढ़े हॉस्पिटल का इंफ्रास्ट्रक्चर अपग्रेड करना, जोड़े साढ़े अंडर सर्वड एरियाज है, चाहे वह मुक्तसर वर्गे या फिरोजपुर गुरदासपुर, जिथे साढ़े को सर्विसेज नहीं है, उत्थे उन्होंने नाल कोलैबोरेशन करके असीं जिहड़ियां अपनी सर्विसेज इंप्रूव कर सकते हैं। जोड़े साढ़े यंग डॉक्टर्स आएंगे, असीं उन्होंने कुछ देर वास्ते ट्रेनिंग और उन्होंने ई का मतलब है इलैक्ट्रॉनिक, उन्होंने ऑन जॉब ट्रेनिंग करावांगे, उन्होंने लाइफ स्किल सिखावांगे। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਅੱਜ ਮੋਹਾਲੀ ਦੇ ਵਿੱਚ ਇੰਡੀਅਨ ਬਿਜ਼ਨਸ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ, ਇੱਕ ਇਵੈਂਟ ਹੋਇਆ, ਜਿਹਦੇ ਵਿੱਚ ਕੀ ਨੋਟ ਐਡਰੈਸ ਜਿਹੜਾ ਸੀਗਾ ਉਹ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਹੈਲਥ ਮਿਨਿਸਟਰ ਪੰਜਾਬ ਨੇ ਉਹਨਾਂ ਨੇ ਦਿੱਤਾ। ਬਹੁਤ ਜ਼ਿਆਦਾ ਐਡਵਾਂਸ ਜਿਹੜੀ ਟ੍ਰੀਟਮੈਂਟ ਹੈ ਉਹ ਸਾਰੀ ਲੋਕਾਂ ਨੂੰ ਪ੍ਰੋਵਾਈਡ ਕਰਦੇ ਆ, ਲੇਟੈਸਟ ਜਿਹੜੀ ਟ੍ਰੀਟਮੈਂਟ ਆ ਪ੍ਰੋਵਾਈਡ ਕਰਦੇ ਆ। ਸੋ ਇਹਦੇ ਨਾਲ ਇਹਦੇ ਵਿੱਚ ਦੂਜੇ ਬੰਦੇ ਵੀ ਸੀਗੇ ਜੀ, ਜਿਹੜੇ ਇੰਡਸਟਰੀ ਦੇ ਨਾਲ ਸੰਬੰਧਿਤ ਆ, ਜਿਹੜੇ ਟੈਕਨੋਲੋਜੀ ਨਾਲ ਸੰਬੰਧਿਤ ਆ, ਜਿਹੜੇ ਗੈਜਟਸ ਬਣਾਉਂਦੇ ਆ, ਜਿਹੜੇ ਸਮਾਨ ਬਣਾਉਂਦੇ ਆ, ਇਕਵਿਪਮੈਂਟ ਬਣਾਉਂਦੇ ਆ। ਸੋ ਬਹੁਤ ਐਕਸਚੇਂਜ ਆਫ ਆਈਡੀਆਜ਼ ਹੋਇਆ, ਉਹਦੇ 'ਚੋਂ ਬਹੁਤ ਸਾਰੀ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਸਾਹਮਣੇ। ਮੋਟੇ ਤੌਰ 'ਤੇ ਹੈਗਾ ਕਿ ਜਿਹੜਾ ਗਵਰਨਮੈਂਟ ਸੈਕਟਰ ਹੈ ਉਹ 90% ਜਾਂ 90-95% ਦੇ ਜਿਹੜੇ ਛੋਟੇ ਜਿਹੜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ, ਜਿਹੜੇ ਕਾਰਪੋਰੇਟ ਹਸਪੀਟਲ ਹੈ 5 ਤੋਂ 10% ਦੇ ਨਾਲ ਡੀਲ ਕਰਦੇ ਆ। ਬਟ ਉਹ ਕੋਲੈਬੋਰੇਸ਼ਨ ਕਰ ਸਕਦੇ ਆ ਕਿ ਸਾਡੀ ਜਿਹੜੀ ਮੈਨ ਪਾਵਰ ਦੀ ਟ੍ਰੇਨਿੰਗ ਹੈ, ਸਾਡੇ ਹਸਪੀਟਲ ਦਾ ਇੰਫਰਾਸਟ੍ਰਕਚਰ ਅਪਗ੍ਰੇਡ ਕਰਨਾ, ਜਿਹੜੇ ਸਾਡੇ ਅੰਡਰ ਸਰਵਡ ਏਰੀਆਜ਼ ਹੈ, ਚਾਹੇ ਉਹ ਮੁਕਤਸਰ ਵਰਗੇ ਜਾਂ ਫਿਰੋਜ਼ਪੁਰ ਗੁਰਦਾਸਪੁਰ, ਜਿੱਥੇ ਸਾਡੇ ਕੋਲ ਸਰਵਿਸਿਜ਼ ਨਹੀਂ ਹੈ, ਉੱਥੇ ਉਹਨਾਂ ਦੇ ਨਾਲ ਅਸੀਂ ਕੋਲੈਬੋਰੇਸ਼ਨ ਕਰਕੇ ਅਸੀਂ ਜਿਹੜੀਆਂ ਆਪਣੀ ਸਰਵਿਸਿਜ਼ ਇੰਪਰੂਵ ਕਰ ਸਕਦੇ ਹਾਂ। ਸੋ ਇਹ ਮਿਊਚੁਅਲੀ ਬੈਨੀਫੀਸ਼ੀਅਲ ਹੋਏਗਾ ਸਮਾਜ ਵਾਸਤੇ। ਜਿਹੜਾ ਆਪਾਂ ਰੰਗਲਾ ਪੰਜਾਬ ਸਾਡੇ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ, ਉਹਦੇ ਵਾਸਤੇ ਇੱਕ ਅੱਛੀ ਸ਼ੁਰੂਆਤ ਹੋਏਗੀ ਕਿ ਜਿੱਥੇ ਸਾਡੇ ਕੋਲ ਆਪਣੀਆਂ ਗਵਰਨਮੈਂਟ ਦੀਆਂ ਸਰਵਿਸਿਜ਼ ਡੈਫੀਸ਼ੀਐਂਟ ਹੈਗੀਆਂ, ਉਹਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਉਹਦੇ ਨਾਲ ਕੋਲੈਬੋਰੇਸ਼ਨ ਕਰਕੇ ਅਸੀਂ ਉਹ ਸਰਵਿਸਿਜ਼ ਵੀ ਇੰਪਰੂਵ ਕਰ ਸਕਦੇ ਹਾਂ। ਔਰ ਜਿਹੜੀਆਂ ਸਾਡੀਆਂ ਸਰਵਿਸਿਜ਼ ਹੋਣਗੀਆਂ ਉਹ ਦੇ ਆਰ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ, ਤੇ ਅਸੀਂ ਪੇਸ਼ੈਂਟਸ ਵਾਸਤੇ ਫ੍ਰੀ ਰਹਿਣਗੀਆਂ ਉਹ। ਮਿਸਾਲ ਦੇ ਤੌਰ 'ਤੇ ਜਿਵੇਂ ਸਾਡੇ ਕੋਲ ਤਰਨ ਦੇ ਵਿੱਚ ਗਾਇਨਾਕੋਲੋਜਿਸਟ ਨਹੀਂ ਹੈ ਜਾਂ ਮੁਕਤਸਰ ਦੇ ਵਿੱਚ ਗਾਇਨਾਕੋਲੋਜਿਸਟ ਨਹੀਂ ਹੈ, ਸੋ ਦੇ ਵਿਲ ਗਿਵ ਅਸ ਮੈਨ ਪਾਵਰ। ਗਵਰਨਮੈਂਟ ਦਾ ਹਸਪੀਟਲ ਹੋਏਗਾ ਔਰ ਗਵਰਨਮੈਂਟ ਦੀ ਇਕਵਿਪਮੈਂਟ ਹੋਏਗੀ। ਡਾਕਟਰ ਸਾਡੇ ਕੋਲ ਪ੍ਰਾਈਵੇਟ ਵਾਲੇ ਕੰਟਰੀਬਿਊਟ ਕਰਨਗੇ, ਗਵਰਨਮੈਂਟ ਉਹਨਾਂ ਨੂੰ ਪੇ ਕਰੇਗੀ, ਲੋਕਾਂ ਨੂੰ ਪੇ ਨਹੀਂ ਕਰਨਾ ਪਏਗਾ। ਆਈ ਵਾਂਟ ਟੂ ਕਲੈਰੀਫਾਈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਲੈਬੋਰੇਸ਼ਨ ਆ, ਜਿਵੇਂ ਸਾਡੇ ਨਰਸਿੰਗ ਸਟੂਡੈਂਟਸ ਆ, ਉਹ ਇੱਥੋਂ ਪੜ੍ਹ ਕੇ ਬਾਹਰ ਜਾਂਦੇ ਆ, ਜਾਂ ਸਾਡੇ ਡਾਕਟਰਸ ਵੀ ਪੜ੍ਹ ਕੇ ਬਾਹਰ ਜਾਂਦੇ ਆ, ਉਹਨਾਂ ਦਾ ਸਕਿੱਲ ਗੈਪ ਹੁੰਦਾ ਕਿ ਉਹਨਾਂ ਦਾ ਜਿਹੜਾ ਟੈਲੈਂਟ ਹੁੰਦਾ ਉਹ ਅਪ ਟੂ ਮਾਰਕ ਨਹੀਂ ਹੁੰਦਾ। ਸੋ ਉਹਦੇ ਵਾਸਤੇ ਅਸੀਂ ਜਿਸ ਤਰ੍ਹਾਂ ਇੱਕ ਆਪਣੇ ਹੋਮ ਕੇਅਰ ਦੀ ਗੱਲ ਕੀਤੀ ਆ ਆਪਾਂ, ਜਾਂ ਇੰਟੈਂਸਿਵ ਕੇਅਰ ਯੂਨਿਟ ਹੈ, ਇੰਟੂਬੇਸ਼ਨ ਹੈ, ਲੇਬਰ ਰੂਮ ਦੀ ਜਿਹੜੀ ਹੈਗੀ ਉਹਨਾਂ ਦੀ ਟ੍ਰੇਨਿੰਗ ਹੈ, ਉਹ ਜਿਹੜੀਆਂ ਸਾਰੀਆਂ ਟ੍ਰੇਨਿੰਗ ਹੈ ਸਾਡੀਆਂ ਬੱਚਿਆਂ ਦੀਆਂ ਟ੍ਰੇਨਿੰਗ ਬੈਟਰ ਹੋ ਸਕਦੀਆਂ, ਮੈਡੀਕਲ ਦੀਆਂ ਵੀ। ਔਰ ਜਿਸ ਤਰ੍ਹਾਂ ਸਾਡੇ ਅਸੀਂ ਹੁਣ ICU ਸ਼ੁਰੂ ਕਰਨ ਜਾ ਰਹੇ ਹਾਂ ਫੋਰਟਿਸ ਦੇ ਨਾਲ, ਉਹਦੇ ਵਿੱਚ ਕੀ ਹੋਏਗਾ ਕਿ ਜਿਹੜੇ ਸਾਡੇ ਯੰਗ ਡਾਕਟਰਸ ਆਉਣਗੇ, ਅਸੀਂ ਉਹਨਾਂ ਨੂੰ ਕੁਛ ਦੇਰ ਵਾਸਤੇ ਟ੍ਰੇਨਿੰਗ ਔਰ ਉਹਨਾਂ ਨੂੰ E ਦਾ ਮਤਲਬ ਹੈਗਾ ਇਲੈਕਟ੍ਰੋਨਿਕ, ਉਹਨਾਂ ਦੀ ਔਨ ਜੌਬ ਟ੍ਰੇਨਿੰਗ ਕਰਾਵਾਂਗੇ, ਉਹਨਾਂ ਨੂੰ ਲਾਈਫ ਸਕਿੱਲ ਸਿਖਾਵਾਂਗੇ। ਸੋ ਉਹਦੇ ਵਿੱਚ ਉਹਨਾਂ ਨੂੰ ਆਪਣੇ ਜਿਹੜੇ ਕੈਰੀਅਰ ਐਡਵਾਂਸਮੈਂਟ ਦੇ ਵਿੱਚ ਵੀ ਮਦਦ ਹੋਏਗੀ, ਪੇਸ਼ੈਂਟ ਕੇਅਰ ਵੀ ਬੈਟਰ ਹੋਏਗਾ। ਸੋ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਇਨੀਸ਼ੀਏਟਿਵ ਅਸੀਂ ਆਉਣ ਵਾਲੇ ਦਿਨਾਂ ਸਰ ਤੁਸੀਂ ਕੱਲ੍ਹ ਜ਼ਿਕਰ ਕੀਤਾ ਤੁਸੀਂ ਖਾਸ ਕਰਕੇ, ਕਿਉਂਕਿ ਰਿਜ਼ਾਊਂਡ ਕੀਤੀ ਹੈ ਬਾਰ-ਬਾਰ ਕੈਂਸਰ ਨੂੰ ਲੈ ਕੇ, ਡਾਇਬਟੀਜ਼ ਨੂੰ ਲੈ ਕੇ, ਹਾਈਪਰਟੈਂਸ਼ਨ, ਤਿੰਨ ਜਿਹੜੇ ਮੇਨ ਪੰਜਾਬ ਦੇ ਵਿੱਚ ਵੀ ਹੈਗੇ ਨੇ ਕਿਲਰਸ, ਔਰ ਉਹਦੇ ਵਿੱਚ ਹਾਈਪਰਟੈਂਸ਼ਨ ਔਰ ਖਾਸ ਕਰਕੇ ਜ਼ਿਕਰ ਕੀਤਾ ਗਿਆ ਕਿ ਡਾਇਬਟੀਜ਼, ਇਹਨਾਂ ਦੋਨਾਂ ਦੇ ਜਿਹੜੇ ਕਿਤੇ ਵੀ ਸਪੈਸ਼ਲਿਸਟ ਜਾਂ ਕਿਸੇ ਵੀ ਤਰੀਕੇ ਦਾ ਐਡਰੈਸ ਨਹੀਂ ਹੁੰਦਾ ਪ੍ਰੋਪਰ ਤਰੀਕੇ ਦੇ ਨਾਲ। ਇਹਦੇ 'ਚ ਦੋ ਸਾਡੇ ਜਿਹੜੇ ਬੈਰੀਅਰਸ ਹੈਗੇ ਆ ਉਹ ਡਿਫਰੈਂਟ ਹੈ। ਇੱਕ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ, ਅਵੇਅਰਨੈਸ ਨਹੀਂ ਉਹਨਾਂ 'ਚ। ਜਿਵੇਂ ਆਫਟਰ 40 ਜਾਂ 50 ਉਹਨਾਂ ਨੂੰ ਚੈੱਕ ਕਰਵਾਉਣਾ ਚਾਹੀਦਾ, ਨਾਰਮਲੀ ਲੋਕ ਚੈੱਕ ਨਹੀਂ ਕਰਾਉਂਦੇ ਜਿੰਨੀ ਦੇਰ ਉਹਨਾਂ ਨੂੰ ਕੋਈ ਨਾ ਕੋਈ ਮੈਡੀਕਲ ਪ੍ਰੋਬਲਮ ਨਾ ਆ ਜਾਏ। ਇਸ ਕਰਕੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਡਾਇਲਸਿਸ ਸੈਂਟਰ ਬਹੁਤ ਬਣ ਰਹੇ ਆ। ਸੋ ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਅਵੇਅਰ ਵੀ ਕਰਾਇਆ ਜਾਵੇ ਔਰ ਉਹਨਾਂ ਦੀ ਅਰਲੀ ਡਿਟੈਕਸ਼ਨ। ਕੋਈ ਵੀ ਬਿਮਾਰੀ ਹੈ, ਜੇ ਤੁਸੀਂ ਡਾਇਬਟੀਜ਼ ਹਾਈਪਰਟੈਂਸ਼ਨ ਦਾ ਠੀਕ ਟਾਈਮ 'ਤੇ ਇਲਾਜ ਕਰ ਦੋਗੇ ਤਾਂ ਤੁਹਾਨੂੰ ਡਾਇਲਸਿਸ ਬਹੁਤ ਘੱਟ ਕਰਨੇ ਪੈਣਗੇ। ਇਸੇ ਤਰ੍ਹਾਂ ਜਿਹੜਾ ਕੈਂਸਰ ਹੈ ਉਹਦੇ 'ਚ ਅਰਲੀ ਡਿਟੈਕਸ਼ਨ ਐਂਡ ਟ੍ਰੀਟਮੈਂਟ, ਉਸ ਵੇਲੇ ਕੈਂਸਰ ਕਿਉਰੇਬਲ ਹੁੰਦਾ। ਉਸ ਤੋਂ ਇੱਕ ਸਟੈਪ ਅੱਗੇ ਜਾ ਕੇ ਜਿਹੜੇ ਉਹਦੇ 98% ਕਾਜ਼ਜ਼ ਹੈ ਉਹ ਇਨਵਾਇਰਮੈਂਟਲ ਹੈ, ਜਾਂ ਤੁਹਾਡੇ ਖਾਣੇ ਵਿੱਚ ਹੈ, ਤੁਹਾਡੀ ਹਵਾ ਦੇ ਵਿੱਚ ਹੈ, ਤੁਹਾਡੇ ਵਾਤਾਵਰਣ ਦੇ ਵਿੱਚ ਹੈ। ਤੇ ਜੇ ਅਸੀਂ ਲੋਕਾਂ ਨੂੰ ਉਹਦੇ ਬਾਰੇ ਅਵੇਅਰਨੈਸ ਕਰਾਂਗੇ ਤਾਂ ਅਸੀਂ ਕੈਂਸਰ ਤੋਂ ਬਹੁਤ ਹੱਦ ਤੱਕ ਬਚ ਸਕਦੇ ਹਾਂ। ਉਹ ਬੜੀ ਅਫੋਰਡੇਬਲ ਹੈਲਥ ਕੇਅਰ ਹੈ। ਸੋ ਇਹ ਸਾਰੇ ਏਰੀਆਜ਼ ਹੈਗੇ ਜਿਹੜੇ ਸਾਡੇ ਕੋਲ ਏਰੀਆਜ਼ ਆਫ ਕੋਲੈਬੋਰੇਸ਼ਨ ਹੈ। ਉਹਦੇ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵੀ ਰੋਲ ਹੈ
ਉਹਦੇ ਵਿੱਚ ਜਿਹੜੇ ਮਤਲਬ ਮੈਡੀਕਲ ਟੈਕਨੋਲੋਜੀ ਦਾ ਵੀ ਰੋਲ ਆ, ਔਰ ਉਹਦੇ 'ਚ ਜਿਹੜੇ ਸਾਡੇ ਜਿਹੜੇ ਟੌਪ ਐਂਡ ਹਸਪੀਟਲ ਹੈਗੇ ਆ ਉਹਨਾਂ ਦਾ ਸਾਡਾ ਜਿਹੜਾ ਟ੍ਰੇਨਿੰਗ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਡਾਕਟਰ ਸਾਹਿਬ ਇੱਕ ਸਵਾਲ ਬੜਾ ਵੱਡਾ ਆਇਆ ਸੀਗਾ ਨਰਸਿੰਗ ਨੂੰ ਲੈ ਕੇ। ਨਰਸਿੰਗ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਤੁਸੀਂ ਵੀ ਇਹ ਗੱਲ ਕਹੀ ਕਿ ਹੁਣ ਜਿਹੜੀ ਟ੍ਰੇਨਿੰਗ ਹੈ ਉਹ ਪ੍ਰੋਪਰ ਨਹੀਂ ਹੋ ਰਹੀ, ਜਿਸ ਕਰਕੇ ਨਰਸਿਸ ਜਿਹੜੀਆਂ ਅਪਾਇੰਟ ਹੋ ਰਹੀਆਂ ਨੇ ਉਹ ਅਪ ਟੂ ਦਾ ਮਾਰਕ ਨਹੀਂ ਹੈ। ਉਸ ਚੀਜ਼ ਨੂੰ ਕਿੱਦਾਂ ਦੇਖਿਆ ਜਾਵੇ, ਕਿਉਂਕਿ ਜੇਕਰ ਤੁਸੀਂ ਪਟਿਆਲੇ ਦੇ ਕਾਲਜਿਸ ਦਾ ਜ਼ਿਕਰ ਕੀਤਾ, ਸੰਗਰੂਰ ਦੇ ਕਾਲਜਿਸ ਦਾ ਜ਼ਿਕਰ ਕੀਤਾ, ਹੋਰ ਵੀ ਥਾਵਾਂ ਦੇ ਕਾਲਜਿਸ ਦਾ ਜ਼ਿਕਰ ਕੀਤਾ, ਖਬਰਾਂ ਕਈ ਵਾਰੀ ਇੱਥੋਂ ਉਹ ਵੀ ਸਾਹਮਣੇ ਆਉਂਦੀਆਂ ਨੇ ਕਿ ਪੈਸੇ ਲੈ ਕੇ ਡਿਗਰੀਆਂ ਬਣਾ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਕੁੜੀਆਂ ਨੇ ਬਾਹਰ ਜਾਣਾ ਹੁੰਦਾ, ਉਸ ਕਰਕੇ ਜਿਹੜਾ ਨਰਸਿੰਗ ਦੀ ਕੁਆਲਿਟੀ ਜਿਹੜੀ ਆ ਉਹ ਡਿੱਗਦੀ ਜਾ ਰਹੀ ਹੈ। ਹਾਂ, ਉਹ ਜਿਹੜੇ ਸਾਡੇ ਬਹੁਤ ਸਾਰੇ ਪ੍ਰਾਈਵੇਟ ਨਰਸਿੰਗ ਕਾਲਜਿਸ ਹੈਗੇ, ਅਸੀਂ ਉਹਨਾਂ ਨੂੰ ਰੈਗੂਲੇਟ ਕਰ ਰਹੇ ਹਾਂ। ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹਨੂੰ ਰੀਸਟਰਕਚਰ ਕਰ ਰਹੇ ਹਾਂ ਕਿ ਜਿਹੜਾ ਇੱਕ ਬੱਚਾ ਜਨਰਲ ਨਰਸਿੰਗ ਕਰੇਗਾ, ਜਿਹੜਾ ਬੀਐਸਸੀ ਨਰਸਿੰਗ ਕਰੇਗਾ ਔਰ ਜਿਹੜਾ ਕੋਈ ਐਮਐਸਸੀ ਨਰਸਿੰਗ ਕਰੇਗਾ, ਉਹਨਾਂ ਕੋਲੇ ਸਕਿੱਲ ਸੈੱਟ ਕੀ ਹੋਣਗੇ, ਇਹ ਵਾਲੇ ਸਕਿੱਲ ਉਸ ਬੱਚੇ ਨੂੰ ਅਸੀਂ ਦੇਣੇ ਆ। ਉਸ ਹਿਸਾਬ ਨਾਲ ਉਹਨਾਂ ਦੀ ਜਿਹੜੀ ਸਾਰੀ ਟ੍ਰੇਨਿੰਗ ਹੈ ਅਸੀਂ ਰੀਸਟਰਕਚਰ ਕਰ ਰਹੇ ਹਾਂ। ਇਸੇ ਤਰ੍ਹਾਂ ਮੈਡੀਕਲ ਸਟੂਡੈਂਟਸ ਵਾਸਤੇ ਕਰ ਰਹੇ ਹਾਂ ਕਿ ਮੈਂ ਹਾਊਸ ਜਿਹੜਾ ਤੁਹਾਨੂੰ ਦੱਸਿਆ ਹੈਗਾ ਵੀ ਮੈਂ ਰੀਸੈਂਟਲੀ ਜਿਹੜੀ ਹਾਊਸ ਜੌਬ ਇੰਟਰੋਡਿਊਸ ਕੀਤੀ ਆ। ਜਦੋਂ ਇੰਟਰਨਸ਼ਿਪ ਤੋਂ ਬਾਅਦ ਬੱਚੇ ਪੀਜੀ ਇੰਟਰੈਂਸ ਦੀ ਤਿਆਰੀ ਕਰਨ ਲੱਗ ਜਾਂਦੇ ਸੀ, ਉਹ ਫਿਰ ਪੀਜੀ ਪੋਸਟ ਗ੍ਰੈਜੂਏਸ਼ਨ ਕਰਕੇ ਕੋਈ ਆਈ ਸਰਜਨ ਬਣ ਕੇ ਆ ਗਿਆ ਜੀ। ਉਹ ਜਦੋਂ ਆਪਰੇਟ ਕਰ ਰਿਹਾ ਪੇਸ਼ੈਂਟ ਨੂੰ ਇੱਕਦਮ ਉਹਦਾ ਬੀਪੀ ਲੋ ਹੋ ਗਿਆ ਜਾਂ ਪੇਸ਼ੈਂਟ ਸ਼ੌਕ ਚਲਾ ਗਿਆ ਕਿਉਂਕਿ ਡਾਕਟਰ ਨੇ ਉਹ ਟ੍ਰੇਨਿੰਗ ਕੀਤੀ ਨਹੀਂ ਹੈ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 1 ਸਾਲ ਉਹ ਜਨਰਲ ਜਿਹੜੀ ਇਹ ਵਾਲੀ ਟ੍ਰੇਨਿੰਗ ਜਿਹੜੀ ਹੈ, ਜਿਹਨੂੰ ਅਸੀਂ ਕ੍ਰਿਟੀਕਲ ਕੇਅਰ ਕਹਿੰਦੇ ਆ, ਐਵਰੀ ਡਾਕਟਰ ਨੂੰ ਜਿਹੜੇ ਜਿੰਨੇ ਵੀ ਡਾਕਟਰ ਹੈ, ਈਵਨ ਨਰਸਿੰਗ ਸਟੂਡੈਂਟ ਹੈ, ਉਹਨਾਂ ਨੂੰ ਫਸਟ ਏਡ, ਉਹਨਾਂ ਨੂੰ ਇੰਟੂਬੇਸ਼ਨ, ਜਿਵੇਂ ਕਿਸੇ ਦਾ ਸਾਹ ਨਹੀਂ ਆ ਰਿਹਾ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਸੋ ਇਹ ਸਾਰੇ ਜਿਹੜੇ ਪ੍ਰੋਸੀਜਰ ਹੈ ਅਸੀਂ ਉਹਨਾਂ ਨੂੰ ਜਿਹੜਾ ਇਹ ਸਿਖਾਇਆ ਕਰਾਂਗੇ ਮੈਡੀਕਲ ਕਾਲਜ ਦੇ ਵਿੱਚ। ਦਿਸ ਆਈ ਵਿਲ ਮੇਕ ਇਟ ਪਾਰਟ ਆਫ ਦੇਅਰ ਟ੍ਰੇਨਿੰਗ। ਸੋ ਉਹਦੇ 'ਤੇ ਅਸੀਂ ਕੰਮ ਕਰ ਰਹੇ ਹਾਂ ਆਲਰੇਡੀ। ਅਸੀਂ ਜਿਹੜੇ ਸਾਡੇ ਜਿਵੇਂ ਯੂਨੀਵਰਸਿਟੀ ਦਾ ਜਿਹੜਾ ਸਾਡਾ ਬੋਰਡ ਆਫ ਮੈਨੇਜਮੈਂਟ ਹੈ, ਉਹਦੇ 'ਚ ਮੈਂ ਜਿਹੜੇ ਬਹੁਤ ਐਮੀਨੈਂਟ ਡਾਕਟਰਸ ਲਏ ਆ ਜਿਹੜੇ ਇਹਦੇ ਵਾਸਤੇ ਕੰਟਰੀਬਿਊਟ ਕਰਨਾ ਚਾਹੁੰਦੇ ਆ, ਔਰ ਅਸੀਂ ਆਪਣੀ ਮੈਡੀਕਲ ਐਜੂਕੇਸ਼ਨ ਔਰ ਹੈਲਥ ਕੇਅਰ ਇਹਨੂੰ ਹੋਰ ਜ਼ਿਆਦਾ ਅਫੋਰਡੇਬਲ, ਕੁਆਲਿਟੀ ਵਾਈਜ਼ ਹੋਰ ਜ਼ਿਆਦਾ ਬੈਟਰ ਔਰ ਲਾਰਜਰ ਸੈਕਸ਼ਨ ਵਾਸਤੇ ਇਹ ਜਿਹੜੀ ਹੈ ਇਹਦੀ ਅਵੇਲੇਬਿਲਿਟੀ ਔਰ ਇਹਨੂੰ ਅਸੈਪਟੇਬਲ ਕਰਨਾ। ਮਿਸਾਲ ਦੇ ਤੌਰ ਤੇ ਮੈਂ ਯੂਨੀਅਨ ਹੈਲਥ ਮਿਨਿਸਟਰ ਨੂੰ ਮਿਲਿਆ, ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਜਿਹੜੀਆਂ ਸਿਹਤ ਸੇਵਾਵਾਂ ਹੈਗੀਆਂ, ਜਿਹੜੀ ਇੰਸ਼ੋਰੈਂਸ ਹੈ, ਉਹ ਤਾਂ ਤੁਸੀਂ ਦੇ ਰਹੇ ਹੋ 20 ਕਰੋੜ ਬੰਦਿਆਂ ਨੂੰ ਔਰ ਰਾਸ਼ਨ ਦੇ ਰਹੇ ਹੋ 80 ਕਰੋੜ ਬੰਦਿਆਂ ਨੂੰ। ਜਿਹੜੇ ਬੰਦੇ ਆਪਣਾ ਰਾਸ਼ਨ ਨਹੀਂ ਖਰੀਦ ਸਕਦੇ ਉਹ ਹੈਲਥ ਕੇਅਰ ਕਿੱਥੋਂ ਅਫੋਰਡ ਕਰ ਲੈਣਗੇ? ਔਰ ਏਮਸ ਦੀ ਸਟੱਡੀ ਹੈ ਕਿ 80% ਜਿਹੜੇ ਬੰਦੇ ਆ ਉਹ ਗਰੀਬ ਹੋ ਜਾਂਦੇ ਆ, ਦੇ ਸਲਿਪ ਬਿਲੋ ਦਾ ਪਾਵਰਟੀ ਲਾਈਨ ਬਿਕਾਜ਼ ਆਫ ਆਊਟ ਆਫ ਪਾਕਟ ਐਕਸਪੈਂਸਿਸ ਔਨ ਹੈਲਥ। ਜੇ ਉਹਨਾਂ ਦੇ ਘਰ 'ਚ ਕਿਸੇ ਨੂੰ ਕੈਂਸਰ ਹੋ ਗਿਆ, ਟੀਬੀ ਹੋ ਗਈ, ਜਾਂ ਕੋਈ ਉਹਨਾਂ ਦਾ ਕੋਈ ਐਕਸੀਡੈਂਟ ਹੋ ਗਿਆ, ਜਾਂ ਕੋਈ ਕੈਂਸਰ ਮਤਲਬ ਕੋਈ ਹੋਰ ਇਹੋ ਜਿਹੀ ਨਾਮਰਾਦ ਬਿਮਾਰੀ ਹੋ ਗਈ, ਗੁਰਦੇ ਫੇਲ ਹੋ ਗਏ, ਤਾਂ ਉਹ ਖਰਚਾ ਕਰਨ ਕਰਕੇ ਉਹ ਗਰੀਬੀ ਰੇਖਾ ਤੋਂ ਨੀਚੇ ਚਲੇ ਜਾਂਦੇ ਆ। ਸੋ ਉਹਨਾਂ ਵਾਸਤੇ ਜਿਹੜਾ ਹੈਗਾ ਉਹ ਸਾਡੀ ਸਰਕਾਰ ਦੀ ਪ੍ਰਾਇਰਟੀ ਹੈ ਕਿ ਉਹਨਾਂ ਦੀ ਇਹ ਨੌਬਤ ਨਾ ਆਵੇ। ਕੋਈ ਵੀ ਜਿੰਨੀ ਵੀ ਬਿਮਾਰੀ ਹੋਵੇ ਉਹਨਾਂ ਨੂੰ ਜਿਹੜੀ ਸਾਰੀ ਹੈਲਥ ਕੇਅਰ ਪ੍ਰੋਵਾਈਡ ਕਰਨੀ ਹੈ, ਕੁਆਲਿਟੀ ਹੈਲਥ ਕੇਅਰ ਪ੍ਰੋਵਾਈਡ ਕਰਨੀ ਹੈ, ਉਹ ਸਰਕਾਰ ਨੇ ਕਰਨੀ ਹੈ ਕਿਉਂਕਿ ਇਹ ਫੰਡਾਮੈਂਟਲ ਰਾਈਟ ਹੈ। ਸਰ, ਜਿੱਥੇ ਤੱਕ ਟ੍ਰੇਨਿੰਗ ਦੀ ਡਾਇਗਨੋਸਟਿਕਸ ਦੀ ਗੱਲ ਹੈਗੀ ਤਾਂ ਤੁਸੀਂ ਮੈਡੀਕਲ ਸਰਵਿਸਿਜ਼ ਤਿੰਨਾਂ ਦੀ ਗੱਲ ਕੀਤੀ ਹੈ। ਤਿੰਨਾਂ 'ਚ ਜਿਹੜਾ ਤੁਸੀਂ ਆਫਰ ਕੀਤਾ ਹੈ ਕਿ ਕੋਲੈਬੋਰੇਸ਼ਨ ਦੇ ਲਈ ਜਿਹੜੀਆਂ ਪ੍ਰਾਈਵੇਟ ਸੈਕਟਰ ਹੈ ਉਹ ਅੱਗੇ ਆਵੇ ਤੇ ਗਵਰਨਮੈਂਟ ਦੇ ਨਾਲ ਕੋਲੈਬੋਰੇਸ਼ਨ 'ਚ ਆਵੇ, ਪਰ ਉਸ ਦੇ ਨਾਲ ਹੀ ਜਿੱਥੋਂ ਤੱਕ ਕਹਿ ਸਕਦੇ ਹਾਂ ਕਿ ਇਸ ਤੋਂ ਪਹਿਲੇ ਹੈਲਥ ਸਰਵਿਸਿਜ਼ ਦਾ ਵਾਕਈ ਸਕੇਲ ਠੀਕ ਨਹੀਂ ਸੀ, ਜਿਹੜਾ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਪ੍ਰਾਈਵੇਟ ਪਾਸੇ ਜਾਂਦੇ ਸੀ ਤਾਂ ਹੀ ਕਰਕੇ ਉਹਨਾਂ ਦੀ ਜੇਬਾਂ ਬਿਲਕੁਲ ਹੀ ਜਿਹੜੀਆਂ ਉਹ ਹੋਲ ਹੋ ਜਾਂਦੇ ਸੀ ਔਰ ਉਹਨਾਂ ਨੂੰ ਆਪਣੇ ਰੋਟੀ ਪਾਣੀ ਹੀ ਨਹੀਂ ਪੂਰਾ ਹੋ ਪਾਉਂਦਾ ਸੀ ਤੇ ਹੈਲਥ ਸਰਵਿਸਿਜ਼ ਕਿੱਥੋਂ ਲੈਣ। ਬੀਬਾ ਜੀ, ਮੇਰਾ ਖਿਆਲ ਮੈਨੂੰ ਪਤਾ ਨਹੀਂ ਤੁਹਾਡੀ ਉਮਰ ਕਿੰਨੀ ਹੈ, ਜੇ ਤੁਸੀਂ ਅੱਜ ਤੋਂ 20-25 ਸਾਲ ਪਹਿਲਾਂ ਦੇਖੋਗੇ ਤੁਹਾਨੂੰ ਲੱਗੇਗਾ ਕਿ ਜਿਹੜੇ ਸਰਕਾਰੀ ਹਸਪਤਾਲ ਹੈ, ਜਿਹੜੇ ਮੈਡੀਕਲ ਕਾਲਜ ਹੈ, ਜਾਂ ਜਿਹੜੇ ਜਿਵੇਂ ਪਟਿਆਲੇ ਦਾ ਮੈਡੀਕਲ ਕਾਲਜ ਹੈ, ਉਹਦੇ ਵਿੱਚ ਖਾਲੀ ਪੰਜਾਬ ਤੋਂ ਨਹੀਂ, ਉਹਦੇ ਵਿੱਚ ਹਰਿਆਣੇ ਤੋਂ, ਹਿਮਾਚਲ ਤੋਂ, ਜੰਮੂ ਕਸ਼ਮੀਰ ਤੋਂ ਪੇਸ਼ੈਂਟ ਇਲਾਜ ਕਰਾਉਣ ਆਉਂਦੇ ਸੀ, ਬਾਹਰਲੇ ਸੂਬਿਆਂ ਤੋਂ ਆਉਂਦੀ ਸੀ। ਹੁਣ ਜਿਹੜੇ ਸਾਡੇ ਓਵਰ ਦਾ ਜਿਹੜਾ ਈਅਰ ਸਾਡੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਨਾ, ਮੈਂ ਕੋਈ ਪੋਲੀਟਿਕਸ ਨਹੀਂ ਕਰ ਰਿਹਾ, ਲੇਕਿਨ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਉਹਨਾਂ ਨੇ ਮੈਡੀਕਲ ਐਜੂਕੇਸ਼ਨ ਨੂੰ, ਹੈਲਥ ਕੇਅਰ ਨੂੰ ਇਗਨੋਰ ਕੀਤਾ। ਉਹਨਾਂ ਦੇ ਵਿੱਚ ਜਿਵੇਂ ਤੁਸੀਂ ਦੇਖ ਲਓ ਜਿਹੜੀਆਂ ਡਿਸਪੈਂਸਰੀਆਂ ਤੁਹਾਡੀਆਂ ਰੂਰਲ ਡਿਸਪੈਂਸਰੀਜ਼ ਹੈਗੀਆਂ 2006 'ਚ ਬਣੀਆਂ ਸੀਗੀਆਂ, ਉਸ ਤੋਂ ਬਾਅਦ ਉੱਥੇ ਵਾਈਟ ਵਾਸ਼ ਵੀ ਨਹੀਂ ਹੋਇਆ। ਅਸੀਂ ਉਹਨਾਂ ਨੂੰ ਹੁਣ ਅਪਗ੍ਰੇਡ ਕਰ ਰਹੇ ਹਾਂ। ਇਸੇ ਤਰ੍ਹਾਂ ਸਾਡਾ ਜਿਹੜਾ ਬਾਕੀ ਦਾ ਸੀਗਾ, ਜਿਵੇਂ ਅਸੀਂ ਹੁਣ ਬਹੁਤ ਸਾਰੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਸੀ, ਸਿਟੀ ਡਿਸਪੈਂਸਰੀ ਸੀਗੀਆਂ, ਉੱਥੇ ਅਸੀਂ ਆਮ ਆਦਮੀ ਕਲੀਨਿਕ ਖੋਲ੍ਹੇ ਆ, ਜਿੱਥੇ ਡਾਕਟਰ ਵੀ ਹੈ, ਦਵਾਈ ਵੀ ਹੈ, ਕਮਰਾ ਵੀ ਸਾਫ਼ ਸੁਥਰਾ ਹੈ, ਬਿਲਡਿੰਗ ਵੀ ਸੇਫ ਹੈ ਔਰ ਉੱਥੇ ਟੈਸਟ ਵੀ ਸਾਰੇ ਹੁੰਦੇ ਆ। ਬਹੁਤ ਪਪੂਲਰ ਹੈ ਉੱਥੇ, 35 ਲੱਖ ਲੋਕਾਂ ਨੇ ਇਲਾਜ ਕਰਾਇਆ। ਉਹਦੀ ਡਿਮਾਂਡ ਬਹੁਤ ਹੈ ਸਾਡੇ ਕੋਲ ਵੀ ਸਾਡਾ ਵੀ ਲੋਕ ਕਹਿੰਦੇ ਸਾਡੇ ਆਮ ਆਦਮੀ ਕਲੀਨਿਕ ਖੋਲ੍ਹਦੇ, ਕਿਉਂਕਿ 90% ਲੋਕਾਂ ਦਾ ਇੰਨਾ ਕੀ ਹੁੰਦਾ ਜੋ ਮੱਲਾ ਕਲੀਨਿਕ 'ਚ ਜਿਹੜੇ 40 ਟੈਸਟ ਹੋਣੇ, 80 ਦਵਾਈਆਂ ਮਿਲਣੀਆਂ, 90% ਲੋਕਾਂ ਨੂੰ ਇਸ ਤੋਂ ਵੱਧ ਲੋੜ ਨਹੀਂ ਹੁੰਦੀ। ਇਹ ਸਾਡਾ ਪ੍ਰਾਇਮਰੀ ਹੈਲਥ ਕੇਅਰ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਸਬ ਡਿਵੀਜ਼ਨ ਹਸਪੀਟਲ ਹੈ ਔਰ ਡਿਸਟ੍ਰਿਕਟ ਹਸਪੀਟਲ, ਅਸੀਂ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ। ਕਿਸੇ ਨੂੰ ਐਕਸਰੇ ਚਾਹੀਦਾ, ਅਲਟਰਾਸਾਊਂਡ ਚਾਹੀਦਾ, CT ਸਕੈਨ ਚਾਹੀਦਾ, MRI, ਉਹ ਡਿਸਟ੍ਰਿਕਟ ਹਸਪੀਟਲ ਸਾਰਾ ਕੁਝ ਹੋਏਗਾ। ਟਰਸ਼ਰੀ ਕੇਅਰ ਵਾਸਤੇ ਅਸੀਂ ਮੈਡੀਕਲ ਕਾਲਜਿਸ ਨੂੰ ਤਿਆਰ ਕਰ ਰਹੇ ਹਾਂ। ਉੱਥੇ ਹੁਣ ਸਾਡੇ ਰੀਸੈਂਟਲੀ ਅਸੀਂ ਨਿਊਰੋ ਸਰਜਨ ਸਾਡੇ ਜਿਹੜੇ ਪਟਿਆਲੇ 'ਚ ਵੀ ਔਰ ਅੰਮ੍ਰਿਤਸਰ ਦੇ ਵਿੱਚ ਵੀ ਜੁਆਇਨ ਕੀਤੇ ਆ। ਇਸ ਤਰ੍ਹਾਂ ਸਾਰੇ ਸੁਪਰ ਸਪੈਸ਼ਲਿਸਟ ਉੱਥੇ ਹੋਣਗੇ। ਜਦੋਂ ਇਹ ਸਾਡੇ ਤਿੰਨੋਂ ਹੀ ਜਿਹੜੇ ਸਾਡੇ ਲੈਵਲ 'ਤੇ ਜਿਹੜੇ ਸਾਡੇ ਤਿੰਨੋਂ ਵਿੰਗ ਹੈ, ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ, ਟਰਸ਼ਰੀ ਕੇਅਰ,
ਔਰ ਇਸ ਤੋਂ ਅੱਗੇ ਜਾ ਕੇ ਇੱਕ ਜਿਹੜਾ ਸਾਡੀ ਸੀਐਮ ਦੀ ਯੋਗਸ਼ਾਲਾ ਹੈਗੀ ਪ੍ਰੀਵੈਂਟਿਵ ਵਾਲੇ, ਜਦੋਂ ਇਹ ਚਾਰੋਂ ਲੈਵਲ ਤੇ ਸਾਡੀ ਜਿਹੜੀਆਂ ਸਾਰੇ ਪੰਜਾਬ ਦੇ ਸਰਵਿਸਿਜ਼ ਹੋ ਜਾਣਗੀਆਂ ਤਾਂ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ, ਗਰੰਟੀ ਨਾਲ ਕਹਿ ਸਕਦਾ ਕਿ ਜੋ ਸਾਡੇ ਮੁੱਖ ਮੰਤਰੀ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ, ਉਦੋਂ ਲੋਕਾਂ ਦੇ ਵਿੱਚ ਗੁਰਦੇ ਫੇਲ ਹੋਣੇ ਬਹੁਤ ਘੱਟ ਹੋ ਜਾਣਗੇ। ਕੈਂਸਰ ਰਹੇਗਾ ਲੇਕਿਨ ਘੱਟ ਹੋਣਾ ਸ਼ੁਰੂ ਹੋ ਜਾਏਗਾ, ਇਸ ਵੇਲੇ ਵੱਧ ਰਿਹਾ ਉਹ। ਇਸੇ ਤਰ੍ਹਾਂ ਜਿਹੜੇ ਗੋਡੇ ਬਦਲਦੇ ਆ, ਦੂਜੇ ਬਦਲਦੇ ਆ, ਜੇ ਲੋਕ ਯੋਗਾ ਕਰਨਗੇ, ਇੱਕ ਹੈਲਦੀ ਲਾਈਫ ਸਟਾਈਲ ਲੀਡ ਕਰਨਗੇ, ਵਾਕਿੰਗ ਕਰਨਗੇ, ਸਾਈਕਲਿੰਗ ਕਰਨਗੇ, ਉਹ ਸਾਰਾ ਕੁਝ ਅਸੀਂ ਇੰਟਰੋਡਿਊਸ ਕਰ ਰਹੇ ਹਾਂ। ਜਿਹੜੀ ਇੱਕ ਹੋਲਿਸਟਿਕ ਹੈਲਥ ਕੇਅਰ ਦਾ ਜਿਹੜਾ ਮਾਡਲ ਅਸੀਂ ਪੰਜਾਬ 'ਚ ਲੈ ਕੇ ਆਵਾਂਗੇ। ਮੰਤਰੀ ਜੀ, ਹੜ੍ਹਾਂ ਤੋਂ ਬਾਅਦ ਕਈ ਥਾਵਾਂ ਤੋਂ ਡਾਇਰੀਆ ਦੀ, ਮਲੇਰੀਆ ਦੀ, ਇਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਨੇ, ਕਿਸੇ ਤਰ੍ਹਾਂ ਦੀ ਮਹਾਮਾਰੀ ਦਾ ਆਸ਼ੰਕਾ ਤੇ ਨਹੀਂ ਹੈ? ਆਈ ਵਾਂਟ ਟੂ ਰੀਅਸ਼ੋਰ ਪੀਪਲ, ਕਿਸੇ ਕਿਸਮ ਦੀ ਕੋਈ ਮਹਾਮਾਰੀ ਆਉਣ ਦੀ ਨੌਬਤ ਨਹੀਂ ਦਿੱਤੀ ਜਾਏਗੀ। ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਚੁੱਕਿਆ ਜੀ। ਸਾਡੇ ਕੋਲੇ ਪਲੈਂਟੀ ਆਫ ਸਪਲਾਈਜ਼ ਹੈ, ਹਰ ਸਿਵਲ ਸਰਜਨ ਕੋਲੇ ਪਲੈਂਟੀ ਆਫ ਜਿਹੜੀਆਂ ਸਾਡੀਆਂ ਕਲੋਰੀਨ ਟੈਬਲੇਟਸ ਹੈ। ਜਿਹੜਾ ਪਾਣੀ ਹੈ ਉਹ ਸੇਫ ਪੀਓ, ਜਾਂ ਤਾਂ ਉਹਨੂੰ ਤੁਸੀਂ ਜਿਹੜਾ ਬੋਤਲ ਵਾਲਾ ਪੀ ਲਓ ਜਾਂ ਕਲੋਰੀਨ ਦੀ ਗੋਲੀ ਲੈ ਜਾਓ, ਉਹਨੂੰ ਪਾਣੀ 'ਚ ਪਾ ਕੇ ਅੱਧੇ ਘੰਟੇ ਬਾਅਦ ਤੁਸੀਂ ਯੂਜ਼ ਕਰ ਸਕਦੇ ਹੋ। ਜਿਹੜੇ ਬੋਇਲ ਕਰ ਸਕਦੇ ਆ, ਬੋਇਲ ਕਰਕੇ ਠੰਡਾ ਕਰਕੇ ਪੀ ਸਕਦੇ। ਹਾਲਾਤ ਕੀ ਹੈ? 40% ਹਾਲਾਤ ਜਿਹੜੇ ਹੈਗੇ ਆ ਬਹੁਤ ਤੇਜ਼ੀ ਨਾਲ ਸੁਧਰ ਰਹੇ ਆ। ਉਹ ਸਾਡੇ ਕੋਲੇ ਜਿਹੜੀਆਂ ਗਵਰਨਮੈਂਟ ਸੈਕਟਰ ਦੇ ਵਿੱਚ ਤਕਰੀਬਨ 450 450 ਸਾਡੇ ਕੋਲੇ ਰੈਪਿਡ ਰਿਸਪੌਂਸ ਟੀਮਸ ਹੈਗੀਆਂ, ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬਹੁਤ ਅੱਛਾ ਰੋਲ ਪਲੇ ਕੀਤਾ। ਔਰ ਜਿੰਨੀਆਂ ਸਾਡੀਆਂ ਚਾਹੇ ਨਰਸਿੰਗ ਕਾਲਜਿਸ ਹੈ, ਆਯੁਰਵੈਦਿਕ ਕਾਲਜਿਸ ਹੈ, ਈਵਨ ਸਾਡੇ ਡਰੱਗ ਰੀਹੈਬ ਸੈਂਟਰਸ ਹੈ, ਜਿੰਨੇ ਹੈਗੇ ਉਹ ਸਾਰੇ ਕੰਟਰੀਬਿਊਟ ਕਰ ਰਹੇ ਆ। ਇੱਕ ਵੈਲ ਇਕੁਇਪਡ ਐਂਬੂਲੈਂਸ ਸਾਡੇ ਕੋਲੇ 500 550 ਕੁੱਲ ਮਿਲਾ ਕੇ ਸਾਡੇ ਕੋਲੇ ਪੰਜਾਬ 'ਚ 1000 ਰੈਪਿਡ ਰਿਸਪੌਂਸ ਟੀਮਸ ਹੈ। ਔਰ ਅਸੀਂ ਫੁੱਲੀ ਗੇਅਰਡ ਹੈ, ਫੁੱਲੀ ਪ੍ਰੀਪੇਅਰਡ ਹੈ। ਔਰ ਅਸੀਂ ਵਾਟਰ ਐਂਡ ਸੈਨੀਟੇਸ਼ਨ ਵਾਲਾ, ਸਾਡੇ ਮੁੱਖ ਮੰਤਰੀ ਸਾਹਿਬ ਨੇ ਅੱਜ ਹੀ ਮੀਟਿੰਗ ਕੀਤੀ ਹੈ ਕਿ ਅਸੀਂ ਸਾਰੇ ਪੰਜਾਬ ਦੇ ਪਾਣੀ ਦੇ ਸੈਂਪਲ ਟੈਸਟ ਕਰ ਰਹੇ ਹਾਂ। ਕੋਈ ਮਹਾਮਾਰੀ ਨਹੀਂ ਆਏਗੀ, ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਤੁਸੀਂ ਸਿਰਫ ਆਪਣੇ ਨੇੜੇ ਦੇ ਸਿਹਤ ਕਰਮਚਾਰੀ ਨੂੰ ਜਾਂ ਸਿਵਲ ਸਰਜਨ ਨੂੰ ਕੰਟੈਕਟ ਕਰਨਾ, ਇਮੀਡੀਏਟਲੀ ਤੁਹਾਡੇ ਕੋਲੇ ਵਿਦਨ ਮਿੰਟਸ ਤੁਹਾਡੇ ਕੋਲੇ ਮੈਡੀਕਲ ਏਡ ਪਹੁੰਚ। ਡਾਕਟਰ ਸਾਹਿਬ, ਕੋਈ ਇਸ ਦਾ ਡਾਟਾ ਸਾਹਮਣੇ ਆਇਆ ਕਿ ਕਿੰਨੇ ਕੁ ਲੋਕਾਂ ਤੱਕ ਕੁਝ ਬਿਮਾਰੀ ਫੈਲੀ? ਕਿਉਂਕਿ ਹਰਿਆਣਾ ਨੇ ਆਪਣਾ ਡਾਟਾ ਦਿੱਤਾ ਹੈ, ਬਾਹਰ ਤੋਂ ਬਾਅਦ ਉਹਨਾਂ ਨੂੰ 26,000 ਤੱਕ ਮਰੀਜ਼ ਜਿਹੜੇ ਨੇ ਉਹ ਬਿਮਾਰ ਜੋ ਰਿਪੋਰਟ ਹੋਏ ਨੇ। ਕਿ ਅਜਿਹੀਆਂ ਰਿਪੋਰਟਸ ਕੁਝ ਪੰਜਾਬ ਦੇ ਵਿੱਚ ਵੀ ਆਈਆਂ ਨੇ, ਖਾਸ ਕਰਕੇ ਜਿਹੜੇ ਬਾਹਰ ਗ੍ਰਸਤ ਇਲਾਕੇ? ਹਾਂ, ਬਿਲਕੁਲ ਜੀ। ਸਾਡੇ ਨਾ ਅਜੇ ਬਹੁਤ ਰੇਅਰ ਔਰ ਸਪੋਰੈਡਿਕ ਜਿਹੜੇ ਡਾਇਰੀਆ ਦੇ ਕੇਸਿਸ, ਕਿਸੇ ਪਿੰਡ 'ਚੋਂ 1 ਆ ਗਏ, 2 ਆ ਗਏ, ਜਿਹਨੂੰ ਅਸੀਂ ਕਲਸਟਰ ਫਾਰਮਸ ਕਹਿੰਦੇ ਆ, 5 ਤੋਂ ਵੱਧ, ਉਹ ਸਿਰਫ ਮੋਹਾਲੀ 'ਚ ਆਏ ਸੀ, ਜਿਹਨੂੰ ਅਸੀਂ ਕੰਟੇਨ ਕਰ ਲਿਆ। ਹੋਰ ਸਾਰੇ ਪੰਜਾਬ 'ਚ ਕਿਤੇ ਵੀ ਕਲਸਟਰ ਫਾਰਮ 'ਚ ਨਾ ਫੀਵਰ, ਡੈਂਗੂ, ਚਿਕਨਗੁਨੀਆ, ਮਲੇਰੀਆ, ਨਾ ਫੀਵਰ ਤੇ ਨਾ ਡਾਇਰੀਆ ਦੇ ਕੇਸਿਸ ਕਲਸਟਰ ਫਾਰਮ ਸਾਰੇ ਪੰਜਾਬ 'ਚ ਅੱਜ ਦੀ ਡੇਟ 'ਚ ਕਿਤੇ ਨਹੀਂ। ਸਰ, ਤੁਸੀਂ ਗੱਲ ਕੀਤੀ ਖਾਸ ਕਰਕੇ ਹਾਊਸ ਸਰਜਨਸ ਦੀ, ਤੁਸੀਂ ਗੱਲ ਕੀਤੀ, ਤੁਸੀਂ ਰੇਜ਼ ਕੀਤੀ 30,000 to 70,000 ਉਹਨਾਂ ਦੀ ਆਨਰੇਰੀਅਮ ਜਾਂ ਜਿਹੜਾ ਹੈ। ਤੇ ਇਸ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਸੈਲਫ ਰੈਗੂਲੇਸ਼ਨ ਦੀ ਵੀ ਗੱਲ ਕੀਤੀ ਕਿ ਪ੍ਰਾਈਵੇਟ ਸੈਕਟਰ ਜਿਹੜਾ ਉਹ ਆਪਣੇ ਆਪ ਨੂੰ ਸੈਲਫ ਰੈਗੂਲੇਟ ਕਰੇ, ਤੁਹਾਨੂੰ ਲੱਗਦਾ ਕਿ ਸ਼ਾਇਦ ਤਾਂ ਹੀ ਕਰਕੇ ਜਿਹੜੇ ਨੇ ਗਵਰਨਮੈਂਟ ਜੌਬਸ ਦੇ ਵਿੱਚ ਜ਼ਿਆਦਾ ਡਾਕਟਰਸ ਜਾਂ ਜਿਹੜੇ ਮੈਡੀਕਲ ਪ੍ਰੈਕਟੀਸ਼ਨਰਸ ਨੇ ਉਹ ਨਹੀਂ ਆਉਣਾ ਚਾਹੁੰਦੇ ਤੇ ਉਧਰ ਨੂੰ ਭੱਜਦੇ ਨੇ, ਕਿਉਂਕਿ ਦਿਸ ਇਜ਼ ਦ ਕੀ ਨੋਟ? ਡੈਫੀਨੇਟਲੀ ਦੇਖੋ ਜੀ, ਜਿਹੜਾ ਪ੍ਰਾਈਵੇਟ ਸੈਕਟਰ ਹੈ, ਜੇ ਗਵਰਨਮੈਂਟ ਸੈਕਟਰ ਦੇ ਵਿੱਚ ਤੁਹਾਨੂੰ 1 ਲੱਖ ਸੈਲਰੀ ਮਿਲਦੀ ਹੈ, ਪ੍ਰਾਈਵੇਟ ਤੁਹਾਨੂੰ 2.5 ਲੱਖ ਮਿਲਦਾ, ਖਾਸ ਕਰਕੇ ਸਪੈਸ਼ਲਿਸਟ ਵਾਸਤੇ। ਤੇ ਉਹ ਅਗਲਾ ਗਵਰਨਮੈਂਟ ਸੈਕਟਰ ਦੇ ਵਿੱਚ ਕਿਉਂ ਆਏਗਾ? ਦੂਜੀ ਗੱਲ ਹੈ, ਜਿਹੜੀ ਮੈਡੀਕਲ ਐਜੂਕੇਸ਼ਨ ਹੈ ਬਹੁਤ ਕਾਸਟਲੀ ਹੋ ਗਈ ਹੈ, ਉਹਨੂੰ ਅਸੀਂ ਅਫੋਰਡੇਬਲ ਕਰਦੇ ਹਾਂ। ਔਰ ਮੈਂ ਇਹ ਵੀ ਕੋਸ਼ਿਸ਼ ਕਰ ਰਿਹਾ ਕਿ ਨਰਸਿੰਗ ਵਾਸਤੇ ਮੇਰੀ ਨਰਸਿੰਗ ਕਾਲਜ ਦੇ ਨਾਲ ਦੇ ਹੈਵ ਐਗਰੀਡ ਇਨ ਪ੍ਰਿੰਸੀਪਲ ਕਿ 10% ਸੀਟਾਂ ਮੈਨੂੰ ਫ੍ਰੀ ਦੇਣਗੇ, ਜਿਹੜੀਆਂ ਕਿ ਸਾਡੀਆਂ ਆਸ਼ਾ ਵਰਕਰਸ ਆ ਉਹਨਾਂ ਵਾਸਤੇ ਜਾਂ ਉਹਨਾਂ ਦੇ ਬੱਚਿਆਂ ਵਾਸਤੇ, ਜਾਂ ਜਿਹੜੇ ਬੱਚੇ ਪਿੰਡਾਂ 'ਚੋਂ ਪੜ੍ਹੇ ਹੋਏ, ਜਿਹਨਾਂ ਨੇ +2 ਤੱਕ ਆਖਰੀ 4 ਸਾਲ ਦੀ ਸਕੂਲਿੰਗ ਉਹਨਾਂ ਨੇ ਪਿੰਡਾਂ 'ਚੋਂ ਕੀਤੀ ਆ, ਉਹਨਾਂ ਵਾਸਤੇ ਮੈਂ ਉਹ ਰਿਜ਼ਰਵ ਕਰਾਂਗਾ। ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ, ਲੇਕਿਨ ਉਹ ਬੌਂਡ ਸਾਈਨ ਕਰਨਗੇ। ਉਹ ਜਿਹੜੇ ਅੰਡਰ ਸਰਵਡ ਏਰੀਆਜ਼ ਹੈਗੇ, ਜਿੱਥੇ ਅਸੀਂ ਭੇਜਾਂਗੇ ਉੱਥੇ ਜਾ ਕੇ ਉਹ 4 ਸਾਲ ਲਈ ਆਪਣੀ ਸਰਵਿਸ ਦੇਣਗੇ। ਸੋ ਇਸ ਤਰ੍ਹਾਂ ਦੀਆਂ ਅਸੀਂ ਇਨੋਵੇਟਿਵ ਜਿਹੜੀਆਂ ਸਕੀਮਾਂ ਹੈਗੀਆਂ ਉਹ ਲੈ ਕੇ ਆ ਰਹੇ ਹਾਂ। ਮੈਡੀਕਲ ਐਜੂਕੇਸ਼ਨ ਨੂੰ ਜ਼ਿਆਦਾ ਅਫੋਰਡੇਬਲ ਕਰਾਂਗੇ ਤਾਂ ਕਿ ਜਿਹੜੇ ਬੱਚੇ ਆ, ਜੇ ਕੋਈ ਬੱਚਾ 2.5 ਕਰੋੜ ਖਰਚ ਕੇ ਡਾਕਟਰ ਬਣੇਗਾ, ਨੇਚਰਲੀ ਫਿਰ ਉਹ 2.5 ਕਰੋੜ ਰਿਕਵਰ ਕਰੇਗਾ ਤਾਂ ਉਹ ਕਾਰਪੋਰੇਟ ਹਸਪੀਟਲ ਦਾ ਉਹ ਕਾਸਟਲੀ ਇਕਵਿਪਮੈਂਟ ਖਰੀਦੇਗਾ ਔਰ ਜਗ੍ਹਾ ਵੀ ਕਾਸਟਲੀ ਖਰੀਦੇਗਾ, ਤਾਂ ਫਿਰ ਉਹ ਸਾਰਾ ਕੁਝ ਮਹਿੰਗਾ ਹੁੰਦਾ ਜਾਏਗਾ। ਜਿਹੜੇ ਮੇਰੇ ਵਰਗੇ ਡਾਕਟਰ ਜਿਹੜੇ ਪਿੰਡਾਂ ਦੇ ਸਕੂਲਾਂ 'ਚੋਂ ਪੜ੍ਹੇ ਸੀਗੇ, ਸੋ ਮੇਰੀ ਕੋਸ਼ਿਸ਼ ਹੈ ਕਿ ਆਮ ਬੰਦੇ ਬਹੁਤ ਹੀ ਜ਼ਿਆਦਾ ਖਰਚੇ ਤੋਂ ਬਗੈਰ ਡਾਕਟਰ ਬਣਨ ਔਰ ਜਾ ਕੇ ਲੋਕਾਂ ਦੀ ਸੇਵਾ ਕਰਨ। ਇਹ ਖਾਸ ਕਰਕੇ ਸੀਗਾ ਇਹਦੇ ਵਿੱਚ ਕਾਫੀ ਹੈਲਥ ਸਰਵਿਸਿਜ਼ ਜਿਹੜੇ ਪ੍ਰਾਈਵੇਟ ਸੈਕਟਰ 'ਚ ਪ੍ਰੋਵਾਈਡ ਕਰਦੇ ਨੇ, ਉਹ ਸਾਰੇ ਲੋਕ ਇੱਥੇ ਆਏ ਹੋਏ ਸੀ ਔਰ ਉਹਨਾਂ ਨੇ ਖਾਸ ਕਰਕੇ ਇਹਦੇ ਵਿੱਚ ਗੱਲ ਕੀਤੀ ਹੈ ਕੋਲੈਬੋਰੇਸ਼ਨ ਦੀ, ਮਤਲਬ ਕਿ ਸਰਕਾਰ ਤੇ ਪ੍ਰਾਈਵੇਟ ਜਿਹੜੇ ਅਦਾਰੇ ਨੇ ਉਹ ਆਪਸ 'ਚ ਮਿਲ ਕੇ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਿਹਤ ਸੇਵਾਵਾਂ ਦੇ ਸਕਦੇ ਨੇ। ਇਸ 'ਤੇ ਅੱਜ ਬਹੁਤ ਲੰਬਾ ਇੰਟਰੈਕਟਿਵ ਸੈਸ਼ਨ ਸੀਗਾ। ਬਹੁਤ ਤਰੀਕੇ ਦੇ ਨਾਲ ਜਿਹੜੇ ਪ੍ਰਾਈਵੇਟ ਸੈਕਟਰ ਦੇ ਆਏ ਹੋਏ ਸੀ, ਡਿਫਰੈਂਟ ਫੀਲਡਸ ਤੋਂ ਆਏ ਹੋਏ ਸੀ, ਚਾਹੇ ਡਾਕਟਰਸ ਸੀਗੇ, ਚਾਹੇ ਉਹ ਕੋਈ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀਗੇ, ਚਾਹੇ ਕਿਵੇਂ ਵੀ ਸੀਗੇ, ਉਹਨਾਂ ਨੇ ਸਾਰਿਆਂ ਨੇ ਆਪਣੀ ਗੱਲਬਾਤ ਰੱਖੀ ਔਰ ਸਿੱਧਾ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ, ਕਿਉਂਕਿ ਹੈਲਥ ਮਿਨਿਸਟਰ ਜਿਹੜੇ ਕਿ ਸਿਹਤ ਮੰਤਰੀ ਸੀਗੇ ਇੱਥੇ ਮੌਜੂਦ ਸੀਗੇ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਉੱਭਰ ਕੇ ਆਈਆਂ। ਸਭ ਤੋਂ ਵੱਡੀ ਗੱਲ ਜਿਹੜੀ ਉੱਭਰ ਕੇ ਆਈ ਉਹ ਆਈ ਹੈ ਕਿ ਸਾਰਿਆਂ ਨੇ ਮਹਿਸੂਸ ਕੀਤਾ ਕਿ ਪੰਜਾਬ ਦੇ ਵਿੱਚ ਕੈਂਸਰ
ਤੇ ਜਿਹੜੀਆਂ ਹਾਈਪਰਟੈਂਸ਼ਨ ਮੀਨ ਸਟ੍ਰੈਸ ਜਿਹੜਾ ਹੈਗਾ ਲੈਵਲ, ਤਣਾਅ ਦਾ ਲੈਵਲ ਹੈਗਾ, ਤੇ ਡਾਇਬੀਟੀਜ਼ ਜਿਹਨੂੰ ਕਿ ਸ਼ੂਗਰ ਕਹਿੰਦੇ ਆ ਆਮ ਭਾਸ਼ਾ ਦੇ ਵਿੱਚ, ਉਹ ਤਿੰਨੋਂ ਦੇ ਤਿੰਨੇ ਬਹੁਤ ਜ਼ਿਆਦਾ ਵੱਧਦੀ ਚਲੀ ਜਾ ਰਹੀ ਹੈ। ਔਰ ਇਹਨਾਂ ਤਿੰਨਾਂ ਚੀਜ਼ਾਂ ਦਾ ਰੀਜ਼ਨ ਚਾਹੇ ਕੁਝ ਵੀ ਹੈ, ਪਰ ਘੱਟ ਤੋਂ ਘੱਟ ਜਿਹੜੀ ਸਟ੍ਰੈਸ ਹੈਗੀ ਜਿਹਨੂੰ ਤਣਾਅ ਕਹਿੰਦੇ ਆ, ਤੇ ਦੂਜੇ ਪਾਸੇ ਸ਼ੂਗਰ ਜਿਹੜਾ ਹੈਗਾ ਜਿਹਨੂੰ ਕਹਿੰਦੇ ਆ ਕਿ ਸ਼ੂਗਰ ਹੋ ਗਈ ਹੈ ਜੇ ਕਿਸੇ ਬੰਦੇ ਨੂੰ, ਉਹ ਉਹਨਾਂ ਦੋਨਾਂ ਦੇ ਲਈ ਆਮ ਹਸਪਤਾਲਾਂ ਦੇ ਵਿੱਚ ਜਿਹੜੇ ਨੇ ਡਾਕਟਰ ਜਾਂ ਸਪੈਸ਼ਲਿਟੀਜ਼ ਜਿਹੜੇ ਨੇ ਉਹ ਮੌਜੂਦ ਨਹੀਂ ਨੇ। ਉਸ ਦੇ ਨਾਲ ਹੀ ਬੜੀ ਇੱਕ ਗੱਲ ਹੋਰ ਨਿਕਲ ਕੇ ਆਈ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਂ ਜਗ੍ਹਾਵਾਂ ਦੇ ਵਿੱਚ ਈਵਨ ਔਰਤਾਂ ਦੇ ਮਾਹਿਰ ਜਿਹੜੀਆਂ ਡਾਕਟਰ ਨੇ ਉਹ ਵੀ ਨਹੀਂ ਨੇ। ਔਰ ਖਾਸ ਕਰਕੇ ਬਹੁਤ ਦੂਰ ਦੂਰ ਤੋਂ ਔਰਤਾਂ ਨੂੰ ਆਪਣੀ ਜਦੋਂ ਜੱਚਾ ਬੱਚਾ ਦੀ ਜਾਂਚ ਹੋਵੇ ਜਾਂ ਫਿਰ ਬੱਚਾ ਹੋਣ ਵਾਲਾ ਕਿਸੇ ਔਰਤ ਨੂੰ ਹੁੰਦਾ ਹੈ, ਉਹਦੀ ਡਿਲੀਵਰੀ ਹੋਣੀ ਹੁੰਦੀ ਹੈ, ਤੇ ਉਸ ਟਾਈਮ ਉਹਨੂੰ ਬਹੁਤ ਦੂਰ ਤੱਕ ਮੋਹਾਲੀ ਜਾਂ ਚੰਡੀਗੜ੍ਹ ਤੱਕ ਭੱਜ ਕੇ ਆਉਣਾ ਪੈਂਦਾ, ਜਿਸ ਦੇ ਨਾਲ ਕਿ ਕਈ ਵਾਰੀ ਜਿਹੜੀ ਹਜੇ ਵੀ ਪ੍ਰੋਬਲਮ ਆਉਂਦੀ ਹੈ। ਇੱਦਾਂ ਦੀ ਕਈ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਈਆਂ, ਔਰ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਆਪ ਸਿਹਤ ਮੰਤਰੀ ਨੇ ਦੱਸਿਆ ਕਿ ਉਹਨਾਂ ਨੂੰ ਚਾਹੀਦੀ ਹੈ ਪ੍ਰਾਈਵੇਟ ਅਦਾਰਿਆਂ ਦੀ ਇਹਨਾਂ ਦੀ ਸਾਰੀ ਕੋਲੈਬੋਰੇਸ਼ਨ। ਸਰਕਾਰ ਨੇ ਇੱਕ ਆਫਰ ਰੱਖੀ ਹੈ, ਇੱਕ ਗੱਲ ਕਹੀ ਹੈ ਕਿ ਉਹ ਜਗ੍ਹਾ ਦੇਣਗੇ, ਬਿਲਡਿੰਗ ਦੇਣਗੇ, ਤੇ ਦੂਜੇ ਜਿਹੜੇ ਪ੍ਰਾਈਵੇਟ ਹਸਪੀਟਲ ਵਾਲੇ ਨੇ ਉਹ ਆ ਕੇ ਉੱਥੇ ਆਪਣਾ ਸੈਟਅਪ ਪਲਾਨ, ਇਕਵਿਪਮੈਂਟ ਪਲਾਨ, ਮੈਨ ਪਾਵਰ ਦੇਣ, ਡਾਕਟਰਸ ਦੇਣ, ਨਰਸਾਂ ਦੇਣ, ਸਾਰੇ ਦਿਨ, ਤਾਂ ਕਿ ਲੋਕਾਂ ਨੂੰ ਬਿਹਤਰ ਤਰੀਕੇ ਦੇ ਨਾਲ ਜਿਹੜੀ ਸਿਹਤ ਮੁਹੱਈਆ ਕਰਵਾਈ ਜਾ ਸਕੇ। ਉਸ ਦੇ ਨਾਲ ਹੀ ਡਾਕਟਰ ਬਲਬੀਰ ਸਿੰਘ ਨੇ ਇਹ ਵੀ ਕਿਹਾ, ਜਿਹੜੇ ਕਿ ਸਿਹਤ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਸਾਨੂੰ ਹੈਲਥ ਸਰਵਿਸਿਜ਼, ਸਿਹਤ ਸੇਵਾਵਾਂ ਦੇ ਵਿੱਚ ਡਾਇਗਨੋਸਟਿਕ, ਜਿਹਨੂੰ ਖਾਸ ਕਰਕੇ ਕਹਿੰਦੇ ਕਿ ਜਾਂਚ, ਜਿਹੜੇ ਲੈਬੋਰੇਟਰੀਜ਼ ਨੇ, ਟੈਸਟ ਹੋਣੇ ਹੁੰਦੇ ਆ, ਸਾਰੀਆਂ ਨੇ ਉਹ, ਔਰ ਉਸ ਦੇ ਨਾਲ ਹੋਰ ਵੀ ਕਈ ਤਰੀਕੇ ਦੀਆਂ ਜਿਹੜੀਆਂ ਉਹਨਾਂ ਨੇ ਕਿਹਾ ਕਿ ਸਾਨੂੰ ਜ਼ਰੂਰਤ ਹੈਗੀ ਹੈ ਕਿ ਪ੍ਰਾਈਵੇਟ ਅਦਾਰੇ ਆ ਕੇ, ਜਿੱਦਾਂ ਕਿ ਫੋਰਟੀਜ਼ ਹੈ, ਮੈਕਸ ਹਸਪੀਟਲ ਹੈ, ਜਾਂ ਹੋਰ ਕਈ ਵੱਡੇ ਅਦਾਰੇ ਨੇ, ਉਹ ਆ ਕੇ ਗਵਰਨਮੈਂਟ ਦੇ ਨਾਲ ਜਿਹੜੀਆਂ ਹਰ ਤਰੀਕੇ ਦੀ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਦੇਣ। ਪਰ ਉਸ ਦੇ ਨਾਲ ਉਹਨਾਂ ਨੇ ਕਿਹਾ ਕਿ ਨਾ ਸਿਹਤ ਸੇਵਾਵਾਂ ਦੇ ਵਿੱਚ ਜੋ ਦਿੱਤੀਆਂ ਜਾਣਗੀਆਂ, ਪੇਸ਼ੈਂਟ ਜਿਹੜਾ ਮਰੀਜ਼ ਹੈਗਾ ਉਹਨੂੰ ਕੁਝ ਵੀ ਅਦਾ ਨਹੀਂ ਕਰਨਾ ਪਏਗਾ, ਬਜਾਏ ਕਿ ਗਵਰਨਮੈਂਟ ਜਿਹੜਾ ਸਾਰੇ ਇਸ ਦਾ ਜਿਹੜਾ ਹੈ ਖਰਚਾ ਵਹਿਨ ਕਰੇਗੀ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਮੋਹਾਲੀ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਪਾਰਟੀਆਂ ਨੂੰ ਕਰਾਂਗੇ ਸਵਾਲ ਤਾਂ ਕਿ ਲੋਕ ਮਸਲੇ ਹੋਣ ਹੱਲ। D5 ਚੈਨਲ ਪੰਜਾਬੀ ਤੇ ਪੰਜਾਬ ਡਿਬੇਟ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ 7 ਵਜੇ ਤੱਕ ਵੇਖਣਾ ਨਾ ਭੁੱਲਣਾ ਪੰਜਾਬ ਡਿਬੇਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी वेख रहे हो D5 चैनल पंजाबी, जिहड़ा लॉन्च हो चुका है हुण कैनेडा विच।